Hello friends, welcome to my channel UGC Net with Standard. Today we are going to discuss idealism and utopianism in international politics. So ਜਦੋਂ ਅਸੀਂ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਆਈਡੀਅਲਿਜ਼ਮ ਤੇ ਯੂਟੋਪੀਅਨਿਜ਼ਮ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਅਚਾਨਕ ਜਿਹੜੀ ਚੀਜ਼ ਸਟ੍ਰਾਈਕ ਕਰਦੀ ਹੈ ਦੈਟ ਇਜ਼ ਵੁਡਰੋ ਵਿਲਸਨ। ਵੁਡਰੋ ਵਿਲਸਨ ਜਿਹੜੇ ਆ ਉਹ ਮੇਨ ਪ੍ਰਪੋਨਡੈਂਟ ਰਹੇ ਆ ਆਈਡੀਅਲਿਜ਼ਮ ਦੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ। ਵੁਡਰੋ ਵਿਲਸਨ ਦੇ ਅਕੋਰਡਿੰਗ ਜਾਂ ਆਈਡੀਅਲਿਜ਼ਮ ਦੇ ਅਕੋਰਡਿੰਗ ਬਰਨਾਰਡ ਰਸਲ ਵੀ ਹੈ, ਇਸ ਨੂੰ ਗਾਂਧੀ ਨੂੰ ਵੀ ਮੰਨਿਆ ਜਾਂਦਾ ਹੈ ਕਿ ਆਈਡੀਅਲਿਜ਼ਮ ਨੂੰ ਫੋਲੋ ਕਰਦੇ ਆ। ਐਂਡ ਜੇ ਯੂਟੋਪੀਅਨਿਜ਼ਮ ਤੇ ਆਈਡੀਅਲਿਜ਼ਮ ਦੀਆਂ ਜੜ੍ਹਾਂ ਦੇਖੀਆਂ ਜਾਣ ਤਾਂ ਉਹ ਪਲੈਟੋ ਦੀ ਆਈਡੀਓਲੋਜੀ ਦੇ ਵਿੱਚ ਦੇਖਦੇ ਆ ਕਿ ਜਿਹੜੇ ਫੋਰ ਫਾਦਰ ਹੈ ਆਈਡੀਅਲਿਜ਼ਮ ਦੇ ਉਹ ਪਲੈਟੋ ਰਹੇ ਆ। ਤੋ according to idealism, man is very good by nature. Simultaneously ਨਾਲ ਦੇ ਨਾਲ ਜਿੱਥੇ ਮਨੁੱਖ ਦਾ ਸੁਭਾਅ ਬਹੁਤ ਜ਼ਿਆਦਾ ਚੰਗਾ ਆ, ਮਨੁੱਖ ਜਿਹੜਾ ਆ ਉਹ ਇੱਕ ਤਰਕਸ਼ੀਲ ਸੁਭਾਅ ਵੀ ਰੱਖਦਾ ਆ, ਉਹ ਰੈਸ਼ਨਲ ਸੁਭਾਅ ਆ ਉਸਦਾ। ਤੋ ਇਸ ਕਰਕੇ ਜਿਹੜਾ ਹਿਊਮਨ ਬੀਇੰਗ ਹੈ ਐਕਚੁਅਲੀ ਵੈਰੀ ਗੁੱਡ ਬਾਈ ਨੇਚਰ, ਆਲਸੋ ਵੈਰੀ ਰੈਸ਼ਨਲ, ਕਿਉਂਕਿ ਉਹਨੂੰ ਪਤਾ ਹੈ ਉਸਦਾ ਚੰਗਾ ਕੀ ਹੈ ਉਸਦਾ ਬੁਰਾ ਕੀ ਹੈ, ਅਤੇ ਇਹੀ ਚੀਜ਼ ਲੈਡ ਕਰਦੀ ਹੈ ਉਹਦੇ ਡਿਸੀਜ਼ਨ ਨੂੰ। ਅਤੇ ਇਸ ਕਰਕੇ ਉਹ ਆਪਣੇ ਵਰਕ ਫॉर ਦ ਬੈਨੀਫਿਟ, ਉਹ ਆਪਣੇ ਬੈਨੀਫਿਟ ਦੇ ਲਈ ਕੰਮ ਕਰਦਾ ਆ ਹਿਊਮਨ ਬੀਇੰਗ। ਤੋ ਜਦੋਂ ਇੰਟਰਨੈਸ਼ਨਲ ਪੋਲਿਟਿਕਸ ਦੀ ਅਸੀਂ ਸਟੱਡੀ ਕਰਾਂਗੇ ਤਾਂ ਉਸ ਦੇ ਵਿੱਚ ਮਨੁੱਖ ਦੇ ਸੁਭਾਅ ਦਾ ਅੰਤਰਰਾਸ਼ਟਰੀ ਰਾਜਨੀਤੀ ਉੱਪਰ ਬਹੁਤ ਗਹਿਰਾ ਪ੍ਰਭਾਵ ਪੈਂਦਾ ਆ, ਕਿਉਂਕਿ ਜਿੰਨੇ ਵੀ ਅੰਤਰਰਾਸ਼ਟਰੀ ਨਿਰਣੇ ਆ ਉਹ ਮਨੁੱਖਾਂ ਵੱਲੋਂ ਲਏ ਜਾਂਦੇ ਆ। ਜਿੰਨੇ ਲੀਡਰਸ ਹਨ ਉਹ ਵੀ ਮਨੁੱਖ ਆ, ਔਰ ਇੰਟਰਨੈਸ਼ਨਲ ਲੈਵਲ 'ਤੇ ਜਦੋਂ ਉਹ ਡਿਸੀਜ਼ਨ ਲੈਂਦੇ ਆ ਤਾਂ ਮਨੁੱਖ ਦੀ ਬੇਸਿਕ ਨੇਚਰ ਦਾ ਪ੍ਰਭਾਵ ਇੰਟਰਨੈਸ਼ਨਲ ਪੋਲਿਟਿਕਸ ਉੱਪਰ ਪੈਣਾ ਲਾਜ਼ਮੀ ਹੈ। ਸੋ ਦੈਟਸ ਵਾਈ, ਕਿਉਂਕਿ ਅਕੋਰਡਿੰਗ ਟੂ ਆਈਡੀਅਲਿਜ਼ਮ ਮੈਨ ਇਜ਼ ਵੈਰੀ ਗੁੱਡ ਬਾਈ ਨੇਚਰ, ਉਹ ਬਹੁਤ ਰੈਸ਼ਨਲ ਹੈ, ਤਰਕਸ਼ੀਲ ਹੈ। ਇਸ ਕਰਕੇ ਮਨੁੱਖ ਜਿਹੜਾ ਹੈ ਬੜਾ ਕੋਆਪਰੇਟਿਵ ਵੀ ਹੈ, ਉਹ ਕਿਸੇ ਸਮੱਸਿਆ ਦਾ ਹੱਲ ਕੌਨਫਲਿਕਟਸ ਤੋਂ ਬਜਾਏ ਜਿਹੜਾ ਕੋਆਪਰੇਸ਼ਨ 'ਚੋਂ ਲੱਭਦੇ ਆ। ਮਨੁੱਖ ਪੀਸ ਲਵਰ ਹੈ ਅਤੇ ਉਸ ਦੀ ਜਿਹੜੇ ਐਕਸ਼ਨ ਨੂੰ ਮੋਰੈਲਿਟੀ ਲੈਡ ਕਰਦੀ ਹੈ, ਪ੍ਰਭਾਵਿਤ ਮੋਰੈਲਿਟੀ ਤੋਂ ਬਹੁਤ ਜ਼ਿਆਦਾ ਮਨੁੱਖ ਰਹਿੰਦਾ ਹੈ। ਇਸ ਕਰਕੇ ਜਦੋਂ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਕੋਈ ਡਿਸੀਜ਼ਨ ਲਏ ਜਾਂਦੇ ਆ ਉਹ ਕੋਆਪਰੇਸ਼ਨ ਤੋਂ, ਮੋਰੈਲਿਟੀ ਤੋਂ ਅਤੇ ਪੀਸ ਤੋਂ ਪ੍ਰਭਾਵਿਤ ਰਹਿੰਦੇ ਆ। ਅਤੇ ਮੇਨ ਫੋਕਸ ਜਿਹੜਾ ਆ ਆਈਡੀਅਲਿਜ਼ਮ ਦਾ ਉਹ ਪੀਸ ਔਰ ਮੋਰੈਲਿਟੀ ਔਰ ਐਥਿਕਸ 'ਤੇ ਰਹਿੰਦਾ ਹੈ। ਤੋ ਇੰਟਰਨੈਸ਼ਨਲ ਪੋਲਿਟਿਕਸ ਦੀ ਸਟੱਡੀ ਕਰਦੇ ਸਮੇਂ ਉਹ ਕਹਿੰਦੇ ਆ ਕਿ ਜਿਹੜਾ ਮਨੁੱਖ ਦਾ ਸੁਭਾਅ ਅੰਤਰਰਾਸ਼ਟਰੀ ਰਾਜਨੀਤੀ 'ਤੇ ਬਹੁਤ ਗਹਿਰਾ ਪ੍ਰਭਾਵ ਪਾਉਂਦਾ ਆ ਫਸਟ ਆਫ ਆਲ, ਔਰ ਦੂਸਰਾ ਮੋਰੈਲਿਟੀ ਅਤੇ ਐਥਿਕਸ ਤੋਂ, ਕਿਉਂਕਿ ਮਨੁੱਖ ਬਹੁਤ ਪ੍ਰਭਾਵਿਤ ਹੈ। ਮਨੁੱਖ ਜਿਹੜਾ ਹੈ ਕੋਈ ਵੀ ਕਾਰਜ ਉਸ ਤੋਂ ਪ੍ਰਭਾਵਿਤ ਕਰਦਾ ਹੈ ਜੇ, ਔਰ ਮੋਰੈਲਿਟੀ ਅਤੇ ਐਥਿਕਸ ਇੰਟਰਨੈਸ਼ਨਲ ਪੋਲਿਟਿਕਸ ਦੀ ਇੱਕ ਲੀਡਿੰਗ ਫੋਰਸ ਹੈਗੀ ਆ ਡਿਸੀਜ਼ਨ ਮੇਕਿੰਗ ਦੇ ਵਿੱਚ। ਤੋ ਮਨੁੱਖ ਜਿਹੜਾ ਆ ਜਦੋਂ ਵੀ ਕੋਈ ਨਿਰਣਾ ਲੈਂਦਾ ਆ ਤਾਂ ਉਹ ਇੱਕ ਤਰਕ ਤੋਂ ਪ੍ਰਭਾਵਿਤ ਹੁੰਦਾ ਆ, ਉਹਦਾ ਸੁਭਾਅ ਤਰਕਸ਼ੀਲ ਹੈ। ਕਿਉਂਕਿ ਮਨੁੱਖ ਪੀਸ ਲਵਰ ਹੈ, ਉਹ ਸ਼ਾਂਤੀ ਚਾਹੁੰਦਾ ਆ, ਇਸ ਕਰਕੇ ਮੇਨ ਫੋਕਸ ਜਿਹੜਾ ਇੰਟਰਨੈਸ਼ਨਲ ਪੋਲਿਟਿਕਸ ਦਾ ਉਹ ਇੰਟਰਨੈਸ਼ਨਲ ਪੀਸ ਨੂੰ ਸਥਾਪਿਤ ਕਰਨਾ ਹੈ, ਔਰ ਵਾਰ ਜਿੰਨੀ ਹੋ ਸਕਦਾ ਆ ਉਹਨੂੰ ਘੱਟ ਕਰਨਾ, ਟੂ ਮਿਨੀਮਾਈਜ਼ ਵਾਰ। ਵਾਰ ਜਿਹੜੀ ਹੈ ਅਗੇਂਸਟ ਵਾਰ ਹੈ ਇਹ ਵਾਲਾ ਸਿਧਾਂਤ, ਚਾਹੁੰਦੇ ਯੁੱਧ ਨੂੰ ਖਤਮ ਕਰਕੇ ਅਤੇ ਸ਼ਾਂਤੀ ਅੰਤਰਰਾਸ਼ਟਰੀ ਪੱਧਰ 'ਤੇ ਸਥਾਪਿਤ ਕਰਨੀ ਹੈ। ਆਈਡੀਅਲਿਜ਼ਮ ਦਾ ਜਨਮ ਹੀ ਇਸ ਕਰਕੇ ਹੁੰਦਾ ਆ ਕਿਉਂਕਿ ਜਦੋਂ ਦੇਖਿਆ ਜਾਵੇ 19ਵੀਂ ਸਦੀ ਦੇ ਸਟਾਰਟਿੰਗ ਦੇ ਵਿੱਚ ਹੀ ਇੱਕ ਵਾਟਰਲੂ ਦੀ ਵਾਰ ਹੁੰਦੀ ਆ, ਫਿਰ ਉਸ ਤੋਂ ਬਾਅਦ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਡਿਸਟਰਕਸ਼ਨ ਹੁੰਦੀ ਆ, ਬਹੁਤ ਜ਼ਿਆਦੀਆਂ ਕੈਜੁਅਲਿਟੀਜ਼ ਹੁੰਦੀਆਂ ਆ, ਬਹੁਤ ਜ਼ਿਆਦਾ ਉਹਦੇ ਵਿੱਚ ਡੈਥ ਹੁੰਦਾ। ਇੰਨੀ ਡੈਥ ਐਂਡ ਡਿਸਟਰਕਸ਼ਨ ਤੋਂ ਬਾਅਦ ਫਿਰ ਜਿਹੜੀ ਆ 1916 ਦੇ ਵਿੱਚ
ਫਰਾਂਸ ਤੇ ਸੋਮੇ ਦੀ ਵਾਰ ਹੁੰਦੀ ਆ, ਉਹਨੂੰ ਵੀ ਆਪਾਂ ਬਲੱਡੀ ਹੋਲੋਕਾਸਟ ਦੇ ਨਾਂ ਨਾਲ ਜਾਣਿਆ ਜਾਂਦਾ ਆ। ਸੋ ਇਹ ਜਿਹੜੀਆਂ ਵਾਰਸ ਹੈਗੀਆਂ ਆ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਜਿਹੜੇ ਸਾਡੇ ਸੁਹਿਰਦ ਨੇਤਾ ਉਸ ਵੇਲੇ ਦੇ ਜਿਹੜੇ ਆਈਡੀਅਲਿਜ਼ਮ ਨੂੰ ਵੱਲ ਝੁਕਾਅ ਜ਼ਿਆਦਾ ਆ, ਵੁਡਰੋ ਵਿਲਸਨ ਨੂੰ ਮੰਨਦੇ ਆ ਕਿ ਇਹਦੇ ਨਾਲ ਇੰਨੀ ਡੈਥ, ਇੰਨੀ ਡਿਸਟਰਕਸ਼ਨ ਜਿਹੜੀ ਹੈ ਇਹ ਜਿਹੜੀ ਆ ਕਿਸੇ ਵੀ ਤਰ੍ਹਾਂ ਚੰਗੀ ਨਹੀਂ ਆ। ਤਾਂ ਕਿਸੇ ਇੰਟਰਨੈਸ਼ਨਲ ਪੀਸ ਵਾਲੀ ਸਾਈਡ ਨੂੰ ਜਾਣਾ ਚਾਹੀਦਾ ਆ, ਔਰ ਅੰਤਰਰਾਸ਼ਟਰੀ ਸ਼ਾਂਤੀ ਕਿਵੇਂ ਸਥਾਪਿਤ ਕੀਤੀ ਜਾਵੇ ਇਹਦੇ ਉੱਪਰ ਫੋਕਸ ਕਰਦਾ ਹੈ ਆਈਡੀਅਲਿਜ਼ਮ। ਤੇ ਜਦੋਂ ਇੰਨੀਆਂ ਵਾਰਸ ਹੁੰਦੀਆਂ ਆ ਤਾਂ ਉਹਦੇ ਵਿੱਚ ਫਸਟ ਟਾਈਮ ਇੰਨੀ ਡਿਸਟਰਕਸ਼ਨ ਤੋਂ ਬਾਅਦ ਕਿਹਾ ਗਿਆ ਕਿ ਮਿਲੀਅਨਸ ਆਰ ਬੀਇੰਗ ਕਿਲਡ, ਯੂਰਪ ਇਜ਼ ਮੈਡ, ਦ ਵਰਲਡ ਇਜ਼ ਮੈਡ। ਔਰ ਲੱਖਾਂ ਲੋਕ ਮਰ ਗਏ ਆ, ਕਹਿੰਦੇ ਕਿ ਯੂਰਪ ਵੀ ਪਾਗਲ ਹੋ ਗਿਆ, ਸੰਸਾਰ ਵੀ, ਕਿ ਇੰਨੀ ਜਿਹੜੀ ਯੁੱਧ ਨੂੰ ਰੋਕਿਆ ਕਿਵੇਂ ਜਾ ਸਕਦਾ, ਇੰਟਰਨੈਸ਼ਨਲ ਪੀਸ ਸਥਾਪਿਤ ਕਿਵੇਂ ਕੀਤੀ ਜਾ ਸਕਦੀ ਆ। ਮੇਨ ਜਿਹੜਾ ਫੋਕਸ ਹੈ ਇਹਦੇ ਤੇ ਕੀਤਾ ਗਿਆ ਆਈਡੀਅਲਿਜ਼ਮ ਵੱਲੋਂ। ਉਹਨਾਂ ਆਈਡੀਅਲਿਜ਼ਮ ਇਹ ਫੋਕਸ ਕੀ ਕਰ ਰਿਹਾ ਕਿ ਜਿਹੜੀ ਵਾਰ ਹੋਈ ਆ ਅਜੇ ਤੱਕ, ਉਹ ਵਾਰ ਦਾ ਰੀਜ਼ਨ ਰਿਹਾ ਆ ਕਿ ਜਿਹੜੀ ਸਾਡੀ ਲੀਡਰਸ਼ਿਪ ਹੈਗੀ ਹੈ, ਉਸ ਲੀਡਰਸ਼ਿਪ ਦੀਆਂ ਮਿਸਕੈਲਕੂਲੇਸ਼ਨਸ ਰਹੀਆਂ ਆ। ਉਹ ਕੈਲਕੂਲੇਟ ਹੀ ਉਹਨਾਂ ਦੀ ਈਗੋਇਸਟਿਕ ਸੁਭਾਅ ਤੇ ਸ਼ਾਰਟ ਸਾਈਟਡ ਉਹਨਾਂ ਦਾ ਦੂਰਅੰਦੇਸ਼ੀ ਦੀ ਕਮੀ ਤੇ ਮਿਸਕੈਲਕੂਲੇਸ਼ਨਸ ਨੇ ਵਾਰ ਨੂੰ ਲੈਡ ਕੀਤਾ ਆ। ਤੋ ਇਸ ਵਾਰ ਨੂੰ ਪੀਸ ਦੇ ਵਿੱਚ ਤਬਦੀਲ ਜਿਹੜਾ ਆ ਉਹ ਇਸ ਤਰ੍ਹਾਂ ਹੀ ਕੀਤਾ ਜਾ ਸਕਦਾ ਆ। ਜਦੋਂ ਵਾਰ ਹੁੰਦੀ ਆ, ਵਾਰ ਦੇ ਵਿੱਚ ਫਰਾਂਸ ਤੇ ਯੂਕੇ ਦੋਨੋਂ ਗੱਠਜੋੜ ਕਰ ਲੈਂਦੇ ਤੇ ਦੋਨੋਂ ਡੈਮੋਕ੍ਰੈਟਿਕ ਪਾਵਰਸ ਨੇ, ਤੇ ਦੋਨੋਂ ਡੈਮੋਕ੍ਰੈਟਿਕ ਪਾਵਰਸ ਜਿਹੜੇ ਉਹਨਾਂ ਦੇ ਰਾਈਵਲ ਅਲਾਇੰਸ ਹੈਗਾ ਆ, ਉਹ ਰਾਈਵਲ ਅਲਾਇੰਸ ਦੇ ਵਿੱਚ ਸਰਬੀਆ ਹੈ, ਜਰਮਨੀ ਹੈ, ਆਸਟਰੀਆ ਹੈ, ਉਹਨਾਂ ਨੂੰ ਹਰਾਇਆ ਜਾਂਦਾ ਹੈ। ਤੇ ਉਸ ਹਾਰ ਤੋਂ ਬਾਅਦ ਇੱਕ ਜਜ਼ਬਾ ਆਉਂਦਾ ਆ, ਉਹ ਮੰਨਦੇ ਆ ਕਿ ਡੈਮੋਕ੍ਰੈਟਿਕ ਫੋਰਸਿਸ ਨੇ, ਜਿਹੜੀਆਂ ਡਿਕਟੇਟਰਸ਼ਿਪ ਫੋਰਸਿਸ ਨੇ, ਆਟੋਕ੍ਰੇਟ ਫੋਰਸਿਸ ਨੇ, ਉਹਨਾਂ ਨੂੰ ਹਰਾ ਦਿੱਤਾ ਆ। ਇਹਦਾ ਮਤਲਬ ਇਹ ਹੈ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਸੇਫ ਆਈਡੀਓਲੋਜੀ ਹੈ ਇੰਟਰਨੈਸ਼ਨਲ ਪੋਲੀਟਿਕਸ ਦੇ ਲਈ, ਟੂ ਮੇਨਟੇਨ ਇੰਟਰਨੈਸ਼ਨਲ ਪੀਸ। ਕਿਉਂਕਿ ਜਿਹੜੀ ਡੈਮੋਕ੍ਰੇਸੀ ਹੈ ਉਹ ਇੱਕ ਡਿਜ਼ਾਈਨ ਕੀਤੀ ਗਈ ਹੈ ਰੈਸ਼ਨੈਲਿਟੀ ਔਰ ਇੰਟੈਲੀਜੈਂਸ ਵੱਲੋਂ, ਔਰ ਡੈਮੋਕ੍ਰੈਟਿਕ ਫੋਰਸਿਸ ਨੇ ਹੀ ਲੀਗ ਆਫ ਨੇਸ਼ਨ ਨੂੰ ਲੈਡ ਕੀਤਾ ਆ। ਤੋ ਜੇ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨੀ ਹੈ ਤੇ ਉਹਦੇ ਲਈ ਜਿਹੜਾ ਹੈ ਡੈਮੋਕ੍ਰੈਟਿਕ ਨੇਸ਼ਨ, ਅਕੋਰਡਿੰਗ ਟੂ ਵੁਡਰੋ ਵਿਲਸਨ, ਕਿ ਜੇ ਸਾਰੇ ਰਾਜਾਂ ਦੇ ਵਿੱਚ ਡੈਮੋਕ੍ਰੇਸੀ ਹੀ ਸਥਾਪਿਤ ਕਰ ਦਿੱਤੀ ਜਾਵੇ ਤੇ ਕੋਈ ਡੈਮੋਕ੍ਰੈਟਿਕ ਸਟੇਟ ਦੂਸਰੇ ਡੈਮੋਕ੍ਰੈਟਿਕ ਸਟੇਟ ਦੇ ਉੱਪਰ ਹਮਲਾ ਨਹੀਂ ਕਰੂਗਾ, ਇਹਦੇ ਨਾਲ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਹੋ ਜਾਊਗੀ। ਸੋ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨ ਦਾ ਇੱਕ ਸਿੱਧਾ ਜਿਹਾ ਜ਼ਰੀਆ ਆਈਡੀਅਲਿਜ਼ਮ ਨੂੰ ਲੱਭਦਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਲੋਕਤੰਤਰ ਦੀ ਸਥਾਪਨਾ ਕਰ ਦਿੱਤੀ ਜਾਵੇ ਐਟ ਦਾ ਲਾਰਜ ਸਕੇਲ। ਰਾਜ ਜਿਹੜੇ ਨੇ ਲੋਕਤੰਤਰੀ ਢਾਂਚੇ ਨੂੰ ਅਪਣਾ ਲੈਣ, ਤਾਂ ਕੋਈ ਲੋਕਤੰਤਰੀ ਢਾਂਚਾ ਦੂਸਰੇ ਲੋਕਤੰਤਰੀ ਰਾਜ ਦੇ ਉੱਪਰ ਹਮਲਾ ਨਹੀਂ ਕਰੂਗਾ, ਜਿਹਦੇ ਨਾਲ ਅੰਤਰਰਾਸ਼ਟਰੀ ਜਿਹੜੀ ਆ ਉਹ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਦੂਸਰੀ ਜਿਹੜੀ ਫੋਰਸ ਹੈ, ਕਿਉਂਕਿ ਜਿਹੜਾ ਮਨੁੱਖ ਹੈ ਉਹ ਰੈਸ਼ਨਲ ਹੈ, ਇੰਟੈਲੀਜੈਂਟ ਹੈ, ਤਾਂ ਉਹ ਮੇਨ ਫੋਕਸ ਕਾਹਦੇ 'ਤੇ ਕਰਦਾ ਹੈ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਸਥਾਪਿਤ ਕੀਤੀਆਂ ਜਾਣਗੀਆਂ। ਵੁਡਰੋ ਵਿਲਸਨ ਦਾ ਮੇਨ ਫੋਕਸ ਹੈ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਅਗਰ ਸਥਾਪਿਤ ਕੀਤੀ ਜਾਂਦੀ ਹੈ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸਥਾਪਿਤ ਹੋਣ ਦੇ ਨਾਲ ਇੱਕ ਪਲੇਟਫਾਰਮ, ਇੱਕ ਟੇਬਲ ਮਿਲ ਜਾਏਗਾ ਇੰਟਰਨੈਸ਼ਨਲ ਲੈਵਲ 'ਤੇ ਸਟੇਟਸ ਨੂੰ, ਉਹ ਆਪਣੀਆਂ ਪ੍ਰੋਬਲਮਸ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦਾ ਇੱਕ ਟੇਬਲ ਹੈ ਜਿੱਥੇ ਬੈਠ ਕੇ ਉਹ ਸਾਰੇ ਆਪਣੇ ਕੌਨਫਲਿਕਟਸ ਨੂੰ ਸੋਲਵ ਕਰ ਲੈਣਗੇ। ਉਹ ਕੌਨਫਲਿਕਟ ਸੋਲਵ ਹੋਣ ਦੇ ਨਾਲ ਜਿਹੜੀ ਆ ਨੈਚੁਰਲੀ ਵਾਰ ਵਾਲੀ ਸਾਈਡ ਨੂੰ ਸਟੇਟਸ ਨਹੀਂ ਜਾਣਗੇ, ਕਿਉਂਕਿ ਉਹਨਾਂ ਦੀ ਸਮੱਸਿਆਵਾਂ, ਉਹਨਾਂ ਦੇ ਜਿਹੜੇ ਵਿਰੋਧ ਹੈ ਉਹ ਇਸ ਪਲੇਟਫਾਰਮ 'ਤੇ, ਇਸ ਟੇਬਲ 'ਤੇ ਬੈਠ ਕੇ ਹੱਲ ਹੋ ਜਾਣਗੇ। ਅਤੇ ਜੇ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨੀ ਹੈ ਤਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ
ਜਿਹੜੀ ਆ ਉਹ ਉਹਨਾਂ ਦੀ ਸਥਾਪਨਾ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਉਹ ਫੇਥ ਹੈ ਵੁਡਰੋ ਵਿਲਸਨ ਦਾ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਤਾਂ ਹੀ ਤਾਂ ਉਹਨਾਂ ਨੇ ਫਸਟ ਵਰਲਡ ਵਾਰ ਤੋਂ ਬਾਅਦ, ਕਿਉਂਕਿ ਜਦੋਂ ਫਸਟ ਵਰਲਡ ਵਾਰ ਹੁੰਦੀ ਆ ਇੰਨੀ ਜ਼ਿਆਦਾ ਡਿਸਟਰਕਸ਼ਨ, ਇੰਨੀ ਜ਼ਿਆਦਾ ਡੈਥ ਤੋਂ ਬਾਅਦ ਦੁਨੀਆ ਕੰਬੀ ਹੋਈ ਆ, ਖੁਦ ਲੀਡਰਸ ਡਰੇ ਹੋਏ ਆ ਕਿ ਇੰਨੀ ਮੌਤ ਜਿਹੜੀ ਆ ਔਰ ਇੰਨੀ ਡਿਸਟਰਕਸ਼ਨ ਕੱਲੀ ਇਹ ਮੌਤ ਨਹੀਂ ਹੁੰਦੀ, ਨਾਲ ਦੀ ਨਾਲ ਇਕਨੋਮਿਕ ਡਿਪਰੈਸ਼ਨ ਵੀ ਇਹ ਵਾਰ ਜਿਹੜੀ ਹੈ ਲੈ ਕੇ ਆਉਂਦੀ ਹੈ। ਸੋ ਇਹ ਜੇ ਆਪਾਂ ਇੱਕ ਇੱਦਾਂ ਦਾ ਟੇਬਲ ਬਣਾ ਲਈਏ ਜਿੱਥੇ ਬੈਠ ਕੇ ਸਾਰੀਆਂ ਪ੍ਰੋਬਲਮ ਸੋਲਵ ਕੀਤੀਆਂ ਜਾਣ, ਉਹ ਟੇਬਲ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦਾ ਟੇਬਲ। ਸੋ ਉਹ ਕਹਿੰਦੇ ਆ ਕਿ ਇੱਥੇ ਬੈਠ ਕੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਟੇਬਲ 'ਤੇ ਬੈਠ ਕੇ ਜਿਹੜਾ ਆ ਉਹ ਸੋਲਵ ਕੀਤੀਆਂ ਜਾ ਸਕਦੀਆਂ ਪ੍ਰੋਬਲਮ। ਅਤੇ ਤਾਂ ਹੀ ਉਹ ਇਹ ਗੱਲ ਫੋਕਸ ਕਰਦੇ ਆ, ਕਹਿੰਦੇ ਆ ਕਿ ਲੀਗ ਆਫ ਨੇਸ਼ਨ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਪੋਲੀਟਿਕਸ ਦਾ ਜਿਹੜਾ ਇੱਕ ਪਹਿਲਾਂ ਦਾ ਇੱਕ ਟ੍ਰੈਡੀਸ਼ਨਲ ਢਾਂਚਾ ਹੈ, ਪਰੰਪਰਾਗਤ ਢਾਂਚਾ ਹੈ, ਉਸ ਢਾਂਚੇ ਦੇ ਵਿੱਚ ਨੂੰ ਨਾਂ ਦਿੰਦੇ ਆ ਰੀਅਲ ਪੋਲੀਟਿਕ ਦਾ। ਉਸ ਰੀਅਲ ਪੋਲੀਟਿਕ ਦੇ ਵਿੱਚ ਉਹ ਕਹਿੰਦੇ ਕਿ ਦੇਰ ਇਜ਼ ਅ ਜੰਗਲ, ਇੱਕ ਕਹਿੰਦਾ ਇੱਕ ਜੰਗਲ ਬਣਿਆ ਹੋਇਆ ਆ ਟ੍ਰੈਡੀਸ਼ਨਲ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ। ਅਤੇ ਜਦੋਂ ਉਹਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਵੱਡੇ ਵੱਡੇ ਜੰਗਲੀ ਜਾਨਵਰ ਦੈਂਤ ਘੁੰਮਦੇ ਪਏ ਆ, ਜਿਹੜੇ ਕਿ ਉਹ ਇੱਕ ਕਨਿੰਗ ਰੂਲ ਸਥਾਪਿਤ ਕਰ ਰਹੇ ਆ। ਉਹ ਜਿਹੜੇ ਦੈਂਤਾਂ ਦਾ ਨਾਂ ਲੈ ਰਹੇ ਆ ਉਹ ਇਨਡਾਇਰੈਕਟਲੀ ਡਿਕਟੇਟਰਸ਼ਿਪ ਨੂੰ ਜਾਂ ਆਟੋਕ੍ਰੇਟਿਕ ਢਾਂਚੇ ਨੂੰ ਉਹ ਦੈਂਤ ਕਹਿੰਦੇ ਆ, ਔਰ ਉਹ ਲੈਡ ਕਰਦੇ ਆ ਵਾਰ ਨੂੰ, ਔਰ ਇੰਟਰਨੈਸ਼ਨਲ ਪੀਸ ਲਈ ਉਹ ਬੜਾ ਵੱਡਾ ਖਤਰਾ ਆ। ਕਹਿੰਦੇ ਆ ਕਿ ਜਿਹੜਾ ਪਰੰਪਰਾਗਤ ਢਾਂਚਾ ਆ ਉਹਨੂੰ ਰੀਅਲ ਪੋਲੀਟਿਕ ਦਾ ਨਾਂ ਦਿੰਦੇ ਆ। ਪਰੰਪਰਾਗਤ ਢਾਂਚੇ ਨੂੰ ਦੇ ਵਿੱਚ ਵਾਰ ਜਿਹੜੀ ਆ ਉਹ ਹੁੰਦੀ ਹੈ। ਅਤੇ ਜੇ ਅਸੀਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਣਾ ਲਈਏ, ਲੀਗ ਆਫ ਨੇਸ਼ਨ ਜਿਹੜੀ ਬਣਾਈ ਉਹਨਾਂ ਨੇ ਬਹੁਤ ਉਦਮ ਕਰਕੇ, ਔਰ ਲੀਗ ਆਫ ਨੇਸ਼ਨ ਜਦੋਂ ਸਥਾਪਨ ਉਹਨਾਂ ਦੇਖੋ ਨਾ 1918 ਦੇ ਵਿੱਚ ਉਹ 14 ਸੂਤਰੀ ਫਾਰਮੂਲਾ ਦਿੰਦੇ ਆ, ਜਿਹਦੇ ਲਈ ਉਸ ਪੀਸ ਨੂੰ ਉਹ ਪ੍ਰਮੋਟ ਕਰਦੇ ਆ। 1919 ਦੇ ਵਿੱਚ ਵੁਡਰੋ ਵਿਲਸਨ ਨੂੰ ਜਿਹੜਾ ਹੈ ਨੋਬਲ ਪ੍ਰਾਈਜ਼ ਫॉर ਪੀਸ ਵੀ ਮਿਲਦਾ ਆ। ਤੋ ਉਹ ਕਹਿੰਦੇ ਆ ਕਿ ਲੀਗ ਆਫ ਨੇਸ਼ਨ ਦੇ ਵਿੱਚ ਜਿੰਨੇ ਭਿਆਨਕ ਜੰਗਲੀ ਜਾਨਵਰ ਹੈ, ਉਸ ਟਾਈਮ 'ਤੇ ਲੀਗ ਆਫ ਨੇਸ਼ਨ ਉਹਨਾਂ ਨੇ ਬਣਾਈ, ਕਹਿੰਦੇ ਜਿੰਨੇ ਭਿਆਨਕ ਜੰਗਲੀ ਜਾਨਵਰ ਆ ਇਹਨਾਂ ਨੂੰ ਉਹਨਾਂ ਦੇ ਵਿੱਚ ਪਿੰਜਰਿਆਂ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੈਟ ਇਜ਼ ਲੀਗ ਆਫ ਨੇਸ਼ਨ। ਅਤੇ ਉਹਨਾਂ ਦੇ ਉੱਪਰ ਇੰਨੀਆਂ ਰੋਕਾਂ ਲੱਗ ਜਾਂਦੀਆਂ ਆ। ਤੋ ਲੀਗ ਆਫ ਨੇਸ਼ਨ ਉਹ ਕਹਿੰਦੇ ਇੱਕ ਜ਼ੂ ਹੈ ਜਿਹਦੇ ਵਿੱਚ ਸਾਰੇ ਭਿਆਨਕ ਜੰਗਲੀ ਜਾਨਵਰਾਂ ਨੂੰ ਕੈਦ ਕਰ ਦਿੱਤਾ ਜਾਂਦਾ ਆ, ਔਰ ਉਹ ਇੱਥੇ ਕੈਦ ਹੋ ਜਾਂਦੇ ਆ, ਜਿਸ ਕਰਕੇ ਵਾਰ ਜਿਹੜੀ ਆ ਉਹ ਨੈਚੁਰਲੀ ਨਹੀਂ ਹੋਊਗੀ, ਕਿਉਂਕਿ ਕਦੀ ਵੀ ਜ਼ੂ ਦੇ ਵਿੱਚ ਆਪਾਂ ਨੂੰ ਆਪਸ ਦੇ ਵਿੱਚ ਜੰਗਲੀ ਜਾਨਵਰ ਭਿੜਦੇ ਨਜ਼ਰ ਨਹੀਂ ਆਉਂਦੇ। ਸੋ ਉਹਨਾਂ ਦੇ ਉੱਪਰ ਇੱਕ ਜਿਹੜੇ ਸਮਝੌਤੇ ਹੋਣਗੇ ਐਟ ਦਾ ਇੰਟਰਨੈਸ਼ਨਲ ਲੈਵਲ ਦੈਟ ਇਜ਼ ਇੰਟਰਨੈਸ਼ਨਲ ਲਾਅ। ਸੋ ਹਰ ਇੱਕ ਤਾਕਤਵਰ ਤੋਂ ਤਾਕਤਵਰ ਅਤੇ ਕਮਜ਼ੋਰ ਤੋਂ ਕਮਜ਼ੋਰ ਰਾਸ਼ਟਰ ਇੱਕ ਇੰਟਰਨੈਸ਼ਨਲ ਲਾਅ ਦੇ ਵਿੱਚ ਬੱਝ ਜਾਊਗਾ। ਜਦੋਂ ਉਸ ਲਾਅ ਨੂੰ ਫੋਲੋ ਕਰੇਗਾ ਇੱਕ ਲਾਅ ਐਂਡ ਆਰਡਰ ਸਥਾਪਿਤ ਹੋ ਜਾਊਗਾ, ਔਰ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਐਨਾਰਕੀ ਹੈ ਜਿਹਨੂੰ ਉਹ ਗੱਲ ਕਰਦੇ ਆ ਰੀਅਲ ਪੋਲੀਟਿਕ ਵਾਲੀ, ਉਹ ਐਨਾਰਕੀ ਇੱਥੇ ਖਤਮ ਹੋ ਜਾਊਗੀ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇੱਕ ਪਲੇਟਫਾਰਮ ਮਿਲ ਗਿਆ ਜਿੱਥੇ ਬੈਠ ਕੇ ਸੋਲਵ ਕੀਤੀਆਂ ਜਾ ਸਕਦੀਆਂ ਇਹ ਪ੍ਰੋਬਲਮ, ਔਰ ਇੰਟਰਨੈਸ਼ਨਲ ਲਾਅ ਜਿਹੜਾ ਆ ਉਹ ਇੱਕ ਜ਼ਰੀਆ ਹੋ ਗਿਆ ਕਿ ਜਿਸ ਕਰਕੇ ਪੀਸ ਨੂੰ ਅਤੇ ਜਿਹੜੀ ਐਨਾਰਕੀ ਆ ਉਹਨੂੰ ਪੀਸ ਨੂੰ ਡਿਸਟਰਬ ਨਹੀਂ ਕੀਤਾ ਜਾ ਸਕਦਾ। ਐਨਾਰਕੀ ਜਿਹੜੀ ਇੱਕ ਕਿਸਮ ਦਾ ਜਿਸ ਦੇ ਵਿੱਚ ਆਟੋਕ੍ਰੇਟ ਸਿਸਟਮ ਹੈ ਉਹਨੂੰ ਖਤਮ ਕੀਤਾ ਜਾ ਸਕਦਾ ਕਿ ਹਰ ਰਾਜ ਇੰਟਰਨੈਸ਼ਨਲ ਲਾਅ ਨੂੰ ਫੋਲੋ ਕਰੂਗਾ ਅਤੇ ਅੰਤਰਰਾਸ਼ਟਰੀ ਪੀਸ ਸਥਾਪਿਤ ਹੋ ਜਾਏਗੀ। ਸੋ ਮੇਨ ਕਰਕੇ ਵੇਖਿਆ ਜਾਵੇ ਤਾਂ ਇੰਟਰਨੈਸ਼ਨਲ ਪੀਸ ਨੂੰ ਸਥਾਪਿਤ ਕਰਨਾ ਆਈਡੀਅਲਿਜ਼ਮ ਦਾ ਮੇਨ ਮਕਸਦ ਹੈ। ਮੁੱਖ ਮਕਸਦ ਉਹਨਾਂ ਦਾ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨਾ, ਅਤੇ ਉਹਦੇ ਜ਼ਰੀਏ 3 ਵੁਡਰੋ ਵਿਲਸਨ ਨੂੰ ਮਿਲ ਰਹੇ ਆ। ਇੱਕ ਤਾਂ ਡੈਮੋਕ੍ਰੈਟਿਕ ਸਟੇਟਸ ਹੋਣਗੇ, ਔਰ ਉਹ ਜਿਹੜੇ ਨੇ ਇੱਕ ਸੂਤਰ ਵਿੱਚ ਬੱਝ ਜਾਣਗੇ, ਉਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੋਊਗਾ, ਸਾਰੇ ਸਟੇਟਸ ਇਹਦੇ ਵਿੱਚ ਮੈਂਬਰ ਬਣਨਗੇ, ਔਰ ਇੰਟਰਨੈਸ਼ਨਲ ਲਾਅ ਜਿਹੜਾ ਆ ਉਹਦੇ ਥਰੂ ਸ਼ਾਂਤੀ ਸਥਾਪਿਤ ਹੋ ਜਾਏਗੀ। ਕਿਉਂਕਿ ਹਰ ਸਟੇਟ ਅਗਰ ਲਾਅ ਫੋਲੋ ਕਰੇਗਾ ਤਾਂ ਨੈਚੁਰਲੀ ਲਾਅ ਫੋਲੋ ਕਰਨ ਦੇ ਨਾਲ, ਅੰਤਰਰਾਸ਼ਟਰੀ ਕਾਨੂੰਨ ਨੂੰ ਫੋਲੋ ਕਰਨ ਦੇ ਨਾਲ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨੀ ਸੌਖੀ ਹੋ ਜਾਊਗੀ, ਅਤੇ ਜਿਹੜਾ ਇੱਕ ਰੀਅਲ ਪੋਲੀਟਿਕ ਵਾਲਾ ਸਿਸਟਮ ਹੈ ਉਹਨੂੰ ਖਤਮ ਕਰ ਦਿੱਤਾ ਜਾ ਸਕਦਾ। ਔਰ ਇਹੀ 3
ਜਿਹੜੇ ਆ ਮੇਨ ਪਿਲਰ ਹੋਣਗੇ, ਜਿਹੜੇ ਕਿ ਵਾਰ ਨੂੰ ਬਿਲਕੁਲ ਅੰਤਰਰਾਸ਼ਟਰੀ ਪੱਧਰ 'ਤੇ ਖਤਮ ਕਰਕੇ ਔਰ ਪਰਮਾਨੈਂਟ ਪੀਸ ਨੂੰ ਸਥਾਪਿਤ ਕਰਨਗੇ। ਇਹ ਬੇਸਿਕਲੀ ਉਹ ਇਸ ਗੱਲ ਉੱਪਰ ਫੋਕਸ ਕਰ ਰਹੇ ਆ ਆਈਡੀਅਲਿਜ਼ਮ ਨਾਲ ਦੀ ਨਾਲ ਇਹ ਗੱਲ ਕਹਿ ਰਿਹਾ ਕਿ ਜੇ ਅੰਤਰਰਾਸ਼ਟਰੀ ਪੱਧਰ 'ਤੇ ਸਟੇਟਸ ਆਰ ਮੇਨ ਐਕਟਰਸ ਆਫ ਇੰਟਰਨੈਸ਼ਨਲ ਰਿਲੇਸ਼ਨਸ, ਅੰਤਰਰਾਸ਼ਟਰੀ ਪੱਧਰ 'ਤੇ ਜਿਹੜੇ ਸਟੇਟਸ ਨੇ ਉਹੀ ਮੇਨ ਐਕਟਰਸ ਨੇ। ਔਰ ਮੇਨ ਐਕਟਰਸ ਕਿਉਂਕਿ ਰਾਜ ਨੇ ਸੋਵਰਨ ਨੇਸ਼ਨ ਸਟੇਟਸ ਹੈਗੇ ਆ, ਇਸ ਕਰਕੇ ਜਿਹੜੇ ਡਿਸੀਜ਼ਨਸ ਹੈਗੇ ਉਹਨਾਂ ਉੱਪਰ ਕੋਈ ਇੱਕ ਬਾਉਂਡ ਨਹੀਂ ਹੈ ਕਿ ਉਹਨਾਂ ਨੇ ਕਿਸੇ ਹੋਰ ਵੱਡੀ ਤਾਕਤ ਦਾ ਆਪਣੇ ਉੱਪਰ ਕੋਈ ਕੰਟਰੋਲ ਮੰਨਣਾ ਹੈ ਜਾਂ ਕੋਈ ਆਰਡਰ ਨੂੰ ਫੋਲੋ ਕਰਨਾ ਹੈ ਕਿਸੇ ਹੋਰ ਵੱਡੀ ਤਾਕਤ ਦਾ। ਇੰਟਰਨੈਸ਼ਨਲ ਲਾਅ ਦੇ ਵਿੱਚ ਬੱਝ ਕੇ ਜਿਹੜੇ ਸਟੇਟ ਆ ਇੱਕ ਡਿਸਿਪਲਿਨ ਵਿੱਚ ਬੱਝ ਜਾਣਗੇ, ਜਿਸ ਕਰਕੇ ਉਹ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ, ਕੋਈ ਵੀ ਆਪਣਾ ਡਿਸੀਜ਼ਨ ਲੈਣ ਤੋਂ ਪਹਿਲਾਂ ਲਾਜ਼ ਨੂੰ ਜ਼ਰੂਰ ਫੋਲੋ ਕਰਨਗੇ। ਤੋ ਦੂਸਰਾ ਜਿਹੜਾ ਵੱਡਾ ਕਾਜ਼ ਲੱਭ ਰਿਹਾ ਆ ਇਹਨਾਂ ਨੂੰ ਅੰਤਰਰਾਸ਼ਟਰੀ ਸ਼ਾਂਤੀ ਨੂੰ ਭੰਗ ਕਰਨ ਵਾਲਾ, ਉਹ ਇਹ ਲੱਭ ਰਿਹਾ ਆ ਯੂਟੋਪੀਅਨਸ ਨੂੰ, ਦੈਟ ਇਜ਼ ਸੀਕ੍ਰੇਟ ਡਿਪਲੋਮੇਸੀ ਜਾਂ ਸੀਕ੍ਰੇਟ ਐਗਰੀਮੈਂਟਸ। ਹੁੰਦਾ ਕੀ ਸੀਗਾ, ਫਸਟ ਵਰਲਡ ਵਾਰ ਦਾ ਕਾਰਨ ਹੀ ਵੁਡਰੋ ਵਿਲਸਨ ਦੇ ਅਕੋਰਡਿੰਗ ਇਹ ਰਿਹਾ ਕਿ ਜਿਹੜੇ ਸਟੇਟਸ ਹੈ ਉਹ ਆਪਸ ਦੇ ਵਿੱਚ ਕੁਝ ਸੀਕ੍ਰੇਟ ਐਗਰੀਮੈਂਟਸ ਕਰਦੇ ਆ, ਸੀਕ੍ਰੇਟ ਅਲਾਈਅੰਸ ਕਰਦੇ ਆ, ਜਿਹਦੇ ਨਾਲ ਗੁਪਤ ਸੰਧੀਆਂ ਦੇ ਨਾਲ ਦੂਸਰੇ ਰਾਜ ਨੂੰ ਪਹਿਲੇ ਰਾਜ ਦੇ ਸਟੈਂਡ ਦਾ ਪਤਾ ਨਹੀਂ ਲੱਗਦਾ ਅਤੇ ਇਹ ਨਹੀਂ ਪਤਾ ਲੱਗਦਾ ਉਹਦਾ ਮਿੱਤਰ ਰਾਸ਼ਟਰ ਕਿਹੜਾ ਆ, ਕਿੱਥੇ ਕਿਹੜਾ ਸਮਝੌਤਾ ਹੋ ਰਿਹਾ, ਜਿਸ ਕਰਕੇ ਮਿਸਕੈਲਕੂਲੇਸ਼ਨਸ ਹੁੰਦੀਆਂ ਹੈ ਅਤੇ ਵਾਰ ਜਿਹੜੀ ਆ ਉਹਨੂੰ ਲੈਡ ਕਰਦੀ ਆ। ਸੋ ਇਸ ਕਰਕੇ ਕਹਿੰਦੇ ਜਿਹੜਾ ਹਿਊਮਨ ਬੀਇੰਗ ਹੈ ਉਹ ਰੈਸ਼ਨਲ ਹੈ, ਉਹ ਅੰਤਰਰਾਸ਼ਟਰੀ ਸ਼ਾਂਤੀ ਚਾਹੁੰਦਾ ਆ। ਤੋ ਜੇ ਅਸੀਂ ਅੰਤਰਰਾਸ਼ਟਰੀ ਆਰਗੇਨਾਈਜੇਸ਼ਨਸ ਸਥਾਪਿਤ ਕਰ ਦਿੰਦੇ ਹਾਂ, ਕਿਉਂਕਿ ਰੈਸ਼ਨਲ ਵਿਅਕਤੀ ਇੱਕ ਰੈਸ਼ਨਲ ਗੱਲ ਕਰੂਗਾ, ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਆਰਗੇਨਾਈਜੇਸ਼ਨ ਅਸੀਂ ਸਥਾਪਿਤ ਕਰ ਦਿੰਦੇ ਹਾਂ, ਉਹਦੇ ਨਾਲ ਇਸ ਟੇਬਲ 'ਤੇ ਬੈਠ ਕੇ ਜਿਹੜੀਆਂ ਸੀਕ੍ਰੇਟ ਅਲਾਇੰਸਿਸ ਹੁੰਦੇ ਸੀ ਨਾ, ਕਿ ਅਲਾਇੰਸਿਸ ਐਂਡ ਕਾਊਂਟਰ ਅਲਾਇੰਸਿਸ ਹੁੰਦੇ ਆ, ਗੁਪਤ ਸਮਝੌਤੇ ਹੁੰਦੇ ਆ, ਗੁਪਤ ਸੰਧੀਆਂ ਹੁੰਦੀਆਂ, ਉਹ ਸਾਰੀਆਂ ਖਤਮ ਹੋ ਜਾਣਗੀਆਂ, ਜਿਸ ਦੇ ਨਾਲ ਸਿੱਧਾ ਇੰਟਰਨੈਸ਼ਨਲ ਪੀਸ ਹੋਏਗੀ ਐਂਡ ਦੈਟ ਪੀਸ ਵਿਲ ਬੀ ਪਰਮਾਨੈਂਟ ਪੀਸ ਹੋਏਗੀ। ਉਸ ਪੀਸ ਨੂੰ ਛੇਤੀ ਕੀਤਿਆਂ ਡਿਸਟਰਬ ਨਹੀਂ ਕੀਤਾ ਜਾ ਸਕਦਾ ਹੋਊਗਾ। ਸੋ ਜਿਹੜੇ ਇਹ ਸਮਝੌਤੇ ਆ, ਤੋ ਇਹ ਸਮਝੌਤੇ ਜਿਹੜੇ ਆ ਇਹ ਸਿੱਧੇ ਜਗਜਾਰ ਸਮਝੌਤੇ ਹੋਣਗੇ, ਜਿਸ ਦੇ ਨਾਲ ਜਿਹੜੇ ਕੋਈ ਵੀ ਮਿਸਕੈਲਕੂਲੇਸ਼ਨ ਨਹੀਂ ਹੋ ਪਾਊਗੀ, ਮਿਸਅੰਡਰਸਟੈਂਡਿੰਗ ਨਹੀਂ ਹੋ ਪਾਊਗੀ। ਤੋ ਜਿਹੜੀ ਵਾਰ ਹੈ ਉਹਨੂੰ ਰੋਕਿਆ ਜਾ ਸਕਦਾ ਹੈ। ਤੋ ਇਹਦੇ ਲਈ ਪਬਲਿਕ ਓਪੀਨੀਅਨ ਜਿਹੜੀ ਹੈ ਬੜੀ ਕੰਸਟਰਕਟਿਵ ਫੋਰਸ ਰਹੂਗੀ। ਪਬਲਿਕ ਓਪੀਨੀਅਨ ਜਿਹੜੀ ਹੈ ਉਹ ਲੋਕ ਕਦੇ ਵੀ ਨਹੀਂ ਚਾਹੁੰਦੇ ਵਾਰ, ਕਿਉਂਕਿ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਜਿਹੜਾ ਆ ਉਹ ਵਾਰ ਦਾ ਆਮ ਲੋਕਾਂ 'ਤੇ ਪੈਂਦਾ ਆ। ਜਦੋਂ ਆਮ ਲੋਕ ਵਾਰ ਦਾ ਹਿੱਸਾ ਬਣਦੇ ਆ ਤੋ ਇਹ ਔਰ ਡੈਥ ਆਮ ਲੋਕਾਂ ਦੀ ਹੁੰਦੀ ਆ। ਸੋ ਮਿਜ਼ਰੀ ਦਾ ਹਿੱਸਾ ਜਿਹੜਾ ਆ ਉਹ ਆਮ ਲੋਕ ਹੁੰਦੇ ਆ, ਅਤੇ ਪਬਲਿਕ ਓਪੀਨੀਅਨ ਇੱਕ ਕੰਸਟਰਕਟਿਵ ਫੋਰਸ ਕਹਿੰਦੇ ਆ ਰਹੂਗੀ। ਆਮ ਲੋਕਾਂ ਦੀ ਰਾਏ ਜਿਹੜੀ ਹੈ, ਕਿਉਂਕਿ ਲੋਕ ਪਹਿਲਾਂ ਹੀ ਉਹਨਾਂ ਨੇ ਗੱਲ ਕਹਿ ਦਿੱਤੀ ਹੈ, ਮੈਨ ਇਜ਼ ਰੈਸ਼ਨਲ, ਕਿਉਂਕਿ ਵਿਅਕਤੀ ਰੈਸ਼ਨਲ ਹੈ ਅਤੇ ਉਹ ਸਾਰਿਆਂ ਦੀ ਭਲਾਈ ਲਈ ਕੰਮ ਕਰਦਾ, ਕਿਉਂਕਿ ਉਹਦਾ ਸੁਭਾਅ ਚੰਗਾ ਆ, ਉਹ ਸਾਰਿਆਂ ਦੀ ਭਲਾਈ ਲਈ ਕੰਮ ਕਰਦਾ ਆ। ਔਰ ਵਰਕ ਫॉर ਬੈਨੀਫਿਟ ਆਫ ਆਲ, ਜਦੋਂ ਸਾਰਿਆਂ ਦੀ ਭਲਾਈ ਲਈ ਕੰਮ ਕਰਦਾ, ਨੈਚੁਰਲੀ ਜਿਹੜੇ ਡਿਸੀਜ਼ਨ ਪਬਲਿਕ ਓਪੀਨੀਅਨ ਵੱਲੋਂ ਲਏ ਜਾਣਗੇ ਉਹ ਸ਼ਾਰਟ ਸਾਈਟਡ ਨਹੀਂ ਹੋਣਗੇ, ਉਹ ਸਾਰਿਆਂ ਦੀ ਭਲਾਈ ਲਈ ਹੋਣਗੇ। ਤਾਂ ਉਹ ਜਿਹੜੇ ਆ ਨੈਚੁਰਲੀ ਪੀਸ ਨੂੰ ਲੈਡ ਕਰਨਗੇ। ਦੈਟ ਪੀਸ ਇਜ਼ ਅ ਪਰਮਾਨੈਂਟ ਪੀਸ। ਉਹ ਐਗਰੀਮੈਂਟ ਜਿਹੜੇ ਆ ਉਹ ਵਾਰ, ਇਹ ਸਿੱਧੇ ਐਗਰੀਮੈਂਟ ਉਹ ਸੀਕ੍ਰੇਟ ਡਿਪਲੋਮੇਸੀ ਨੂੰ ਖਤਮ ਕਰਨਗੇ ਔਰ ਜਿਹੜੀ ਆ ਸ਼ਾਂਤੀ ਸਥਾਪਿਤ ਕਰਨ ਦੇ ਵਿੱਚ, ਯੁੱਧ ਨੂੰ ਖਤਮ ਕਰਨ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਗੇ। ਸੋ ਅੱਗੇ ਨੈਚੁਰਲੀ ਪਬਲਿਕ ਓਪੀਨੀਅਨ ਕਦੀ ਵੀ ਡਿਕਟੇਟਰਸ਼ਿਪ ਦੇ ਹੱਕ ਵਿੱਚ ਨਹੀਂ ਹੁੰਦੀ। ਤੋ ਇਸੇ ਤਰ੍ਹਾਂ ਵੁਡਰੋ ਵਿਲਸਨ ਖੁਦ ਵੀ ਡਿਕਟੇਟਰਸ਼ਿਪ ਦੇ ਹੱਕ 'ਚ ਨਹੀਂ ਆ, ਕਿਉਂਕਿ ਕਹਿੰਦੇ ਆ ਕਿ ਉਹ ਡਿਕਟੇਟਰਸ਼ਿਪ ਨੇ ਇੰਨੇ ਜ਼ਿਆਦਾ ਯੁੱਧਾਂ ਦਾ ਕਾਰਨ ਬਣੀ। ਔਰ ਆਪਣੀ ਵੱਲੋਂ ਜਿਹੜੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਣਾਈ ਗਈ, ਲੀਗ ਆਫ ਨੇਸ਼ਨ ਬਣਾਈ ਗਈ, ਉਸ ਲੀਗ ਆਫ ਨੇਸ਼ਨ ਦੇ ਵਿੱਚ
ਜਿਹੜਾ ਹੈ ਨਾ ਉਹਨਾਂ ਦੇ ਅਨੁਸਾਰ ਸਾਰੇ ਭਿਆਨਕ ਜੰਗਲੀ ਜਾਨਵਰਾਂ ਨੂੰ ਇਸ ਜ਼ੂ ਦੇ ਵਿੱਚ ਕੈਦ ਕਰ ਦਿੱਤਾ ਗਿਆ ਜੇ। ਔਰ ਉਹਨਾਂ ਦੇ ਅਕੋਰਡਿੰਗ ਜਿੰਨੀਆਂ ਵੀ ਡਿਕਟੇਟਰਸ਼ਿਪ ਫੋਰਸਿਸ ਹੈ ਜਿਹੜੀਆਂ ਟੋਟਲੀਟੇਰੀਅਨ ਫੋਰਸਿਸ ਹੈ ਉਹਨਾਂ ਨੂੰ ਲਿਆ ਕੇ ਇੱਥੇ ਬੈਠ ਗਏ ਔਰ ਉੱਥੇ ਉਹ ਫੋਰਸਿਸ ਜਿਹੜੀਆਂ ਨੇ ਉਹ ਪੀਸ ਵਾਲੀ ਸਾਈਡ ਨੂੰ ਫੋਕਸ ਕਰਨਗੀਆਂ। ਤੋ ਉਹ ਪੀਸ ਨੂੰ ਪਰ ਦੇਖਿਆ ਜਾਵੇ ਉਹਨਾਂ ਦੇ ਅਕੋਰਡਿੰਗ ਪਹਿਲਾਂ ਵੀ ਜਿਹੜੀ ਫਸਟ ਵਰਲਡ ਵਾਰ ਦਾ ਕਾਰਨ ਵੀ ਜਰਮਨੀ ਰਿਹਾ, ਸਰਬੀਆ ਰਿਹਾ, ਹੈ ਨਾ, ਆਸਟਰੀਆ ਰਿਹਾ, ਉਹ ਇੱਕ ਆਟੋਕਰੇਟ ਫੋਰਸਿਸ ਸੀਗੀਆਂ, ਡਿਕਟੇਟਰਸ਼ਿਪ ਫੋਰਸਿਸ ਸੀਗੀਆਂ। ਅਤੇ ਹੁਣ ਟੋਟਲੀਟੇਰੀਅਨ ਫੋਰਸਿਸ ਨੂੰ ਅਗਰ ਅਸੀਂ ਇੱਥੇ ਸਮਝੌਤੇ ਦੇ ਵਿੱਚ ਆ ਜਾਂਦੇ ਤਾਂ ਨੈਚੁਰਲੀ ਵਾਰ ਨਹੀਂ ਹੋਊਗੀ। ਪਰ ਹੁੰਦਾ ਕੀ ਹੈ, ਜਿਹੜਾ ਜਰਮਨ ਹੈ ਉਹ ਬਹੁਤ ਲੇਟ ਜੁਆਇਨ ਕਰਦਾ ਆ ਲੀਗ ਆਫ ਨੇਸ਼ਨ। ਜਰਮਨ ਜੁਆਇਨ ਕਰਦਾ 1926 ਦੇ ਵਿੱਚ। 1930 ਦੇ ਵਿੱਚ ਜਰਮਨ ਜਿਹੜਾ ਆ ਲੀਗ ਆਫ ਨੇਸ਼ਨ ਨੂੰ ਛੱਡ ਦਿੰਦਾ ਆ। ਔਰ ਜੇ ਦੇਖਿਆ ਜਾਵੇ ਜਾਪਾਨ ਹੈ, ਜਾਪਾਨ ਵੀ ਉਦੋਂ ਕੁ ਜਿਹੀ ਜੁਆਇਨ ਕਰਦਾ ਹੈ ਅਤੇ ਕਿਉਂਕਿ ਮਨਚੂਰੀਆ ਦੀ ਵਾਰ ਸ਼ੁਰੂ ਹੋ ਜਾਂਦੀ, ਜਾਪਾਨ ਵੀ ਛੱਡ ਦਿੰਦਾ ਆ ਲੀਗ ਆਫ ਨੇਸ਼ਨ ਨੂੰ। ਰਸ਼ੀਆ 1934 'ਚ ਜੁਆਇਨ ਕਰਦਾ ਹੈ ਅਤੇ 40 ਵਿੱਚ ਛੱਡ ਦਿੰਦਾ। ਜਿਹੜਾ ਪਲੇਟਫਾਰਮ ਬਣਾਇਆ ਗਿਆ ਸੀ ਉਹ ਕਹਿੰਦੇ ਸੀਗੇ ਕਿ ਸਾਰਿਆਂ ਨੂੰ ਇੱਥੇ ਇਕੱਠਾ ਕਰਨਾ, ਜਿੰਨੀਆਂ ਡਿਕਟੇਟਰਸ਼ਿਪ ਫੋਰਸਿਸ ਸੀ ਦੇ ਜੁਆਇਨਡ ਐਂਡ ਲੈਫਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਲੀਗ ਆਫ ਨੇਸ਼ਨ। ਉਹਨਾਂ ਨੂੰ ਜਦੋਂ ਲੀਗ ਆਫ ਨੇਸ਼ਨ ਛੱਡ ਦਿੰਦੀਆਂ ਹੈ ਅਤੇ ਨੈਚੁਰਲੀ ਸੈਕਿੰਡ ਵਰਲਡ ਵਾਰ ਦਾ ਕਾਜ਼ ਬਣਦੀਆਂ। ਤੋ ਇਸ ਤਰ੍ਹਾਂ ਕੀ ਹੈ ਕਿ ਉਹ ਟੇਬਲ ਹੀ ਖ਼ਤਮ ਕਰ ਦਿੰਦੀਆਂ ਜਿੱਥੇ ਬੈਠ ਕੇ ਉਹ ਆਪਣੇ ਕੌਨਫਲਿਕਟਸ ਨੂੰ ਰਿਜ਼ੋਲਵ ਕਰ ਸਕਦੀਆਂ। ਸੋ ਜਿਹੜਾ ਆਈਡੀਅਲਿਜ਼ਮ ਹੈ ਉਹ ਟੋਟਲੀ ਅਗੇਂਸਟ ਹੈ ਡਿਕਟੇਟਰਸ਼ਿਪ ਦੇ ਐਂਡ ਟੋਟਲੀ ਫੇਵਰ ਹੈ ਡੈਮੋਕ੍ਰੇਸੀ ਦੇ। ਉਹਨਾਂ ਨੂੰ ਲੱਗਦਾ ਹੈ ਜਿਹੜੀ ਲਿਬਰਲ ਡੈਮੋਕ੍ਰੇਸੀ ਆ, ਜਿਹੜੇ ਡੈਮੋਕ੍ਰੇਸੀ ਆ, ਕਿਉਂਕਿ ਇਹਨੇ ਪਹਿਲਾਂ ਵੀ ਪੀਸ ਨੂੰ ਜਿਹੜਾ ਆ ਲੈਡ ਕੀਤਾ ਆ, ਤੋ ਇਸੇ ਤਰ੍ਹਾਂ ਹੀ ਡੈਮੋਕ੍ਰੇਸੀ ਆ ਬੈਟਰ ਆਪਸ਼ਨ ਹੈ ਪੀਸ ਸਥਾਪਿਤ ਕਰਨ ਦੀ। ਤੋ ਡਿਕਟੇਟਰਸ਼ਿਪ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਡਿਕਟੇਟਰਸ਼ਿਪ ਹੈਗੀ ਆ ਉਹ ਲੈਡ ਕਰਦੀ ਹੈ ਵਾਰ ਨੂੰ, ਅਤੇ ਵਾਰ ਕਿਸੇ ਵੀ ਤਰ੍ਹਾਂ ਹਿਊਮੈਨਿਟੀ ਦੇ ਲਈ ਚੰਗੀ ਨਹੀਂ ਆ। ਸੋ ਪਾਵਰ ਪੋਲੀਟਿਕਸ ਜਿਹੜੀ ਆ, ਕਿਉਂਕਿ ਵਾਰ ਹਮੇਸ਼ਾ ਪਾਵਰ ਨੂੰ ਗ੍ਰਹਿਣ ਕਰਨ ਦੇ ਲਈ ਹੀ ਕੀਤੀ ਜਾਂਦੀ ਹੈ। ਤੋ ਜਿਹੜੀ ਪਾਵਰ ਹੈ, ਪਾਵਰ ਜਦੋਂ ਵਾਰ ਹੁੰਦੀ ਹੈ, ਜਦੋਂ ਨਾਰਮਨ ਐਂਜਲ ਨੇ 1909 ਦੇ ਵਿੱਚ ਇੱਕ ਕਿਤਾਬ ਲਿਖੀ ਗ੍ਰੇਟ ਇਲਿਊਜ਼ਨ, ਉਸ ਦੇ ਵਿੱਚ ਉਹ ਇਹ ਗੱਲ ਸਿੱਧੇ ਤੌਰ 'ਤੇ ਕਲੀਅਰ ਕਰਦੇ ਪਏ ਆ ਕਿ ਜਿਹੜੇ ਪਹਿਲਾਂ ਯੁੱਧ ਹੁੰਦੇ ਸੀਗੇ ਨਾ, ਉਹ ਹੁੰਦੇ ਸੀਗੇ ਕਿ ਮੈਨੂੰ ਫਾਇਦਾ ਹੋਏਗਾ, ਮੈਂ ਦੂਸਰੇ ਰਾਜ 'ਤੇ ਹਮਲਾ ਕਰੂੰਗਾ, ਦੈਟ ਇਜ਼ ਪੋਲਿਸੀ ਆਫ ਇੰਪੀਰੀਅਲਿਜ਼ਮ। ਮੈਂ ਉਹ ਦੂਜੇ ਰਾਜ 'ਤੇ ਹਮਲਾ ਕਰੂੰਗਾ ਔਰ ਉਹਨੂੰ ਮੈਂ ਜਿੱਤ ਲਊਂਗਾ ਅਤੇ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੀ ਸਟੇਟਸ ਨੂੰ। ਪਰ ਕਿ ਅਕੋਰਡਿੰਗ ਟੂ ਨਾਰਮਨ ਐਂਜਲ ਉਹ ਇਹ ਗੱਲ ਮੰਨਦੇ ਆ ਕਿ ਜਿਹੜੀ ਹੁਣ ਵਾਰ ਹੋ ਰਹੀ ਹੈ ਇਹ ਉਸ ਤਰ੍ਹਾਂ ਦੀ ਵਾਰ ਨਹੀਂ ਹੈ, ਕੋਈ ਬੈਨੀਫਿਟ ਨਹੀਂ ਦੇ ਰਹੀ। ਇਹ ਵਾਲੀ ਵਾਰ ਜਿਹੜੀ ਹੈ ਇਹ ਨੁਕਸਾਨ ਕਰ ਰਹੀ ਹੈ ਦੋ ਤਰੀਕਿਆਂ ਦੇ ਨਾਲ। ਜਿਹੜੀ ਹੈ ਪ੍ਰੋਫਿਟੇਬਲ ਪਰਪਜ਼ ਪਹਿਲਾਂ ਸੀਗਾ, ਪਰ ਹੁਣ ਜਿਹੜਾ ਹੈ ਪ੍ਰੋਫਿਟੇਬਲ ਪਰਪਜ਼ ਇੰਨਾ ਨਹੀਂ ਰਿਹਾ। ਸੋ ਇਹ ਡਿਸਟਰਪਟ ਕਰ ਰਹੀ ਆ ਜਿਹੜੀ ਹੁਣ ਦੀ ਵਾਰ ਹੈ। ਇੱਕ ਤਾਂ ਨੈਸ਼ਨਲ ਕਮਰਸ ਨੂੰ ਡਿਸਟਰਬ ਕਰ ਰਹੀ ਆ, ਇੱਕ ਜਿਹੜੀ ਬਹੁਤ ਐਕਸਪੈਂਸਿਵ ਹੋ ਚੁੱਕੀ ਆ ਵਾਰ, ਔਰ ਪੋਲੀਟੀਕਲੀ ਵੀ ਇਹਦੇ ਜਿਹੜੇ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋ ਰਹੇ ਆ। ਉਹ ਇਹ ਗੱਲ ਕਹਿੰਦੇ ਕਿ ਜਦੋਂ ਵਾਰ ਹੁੰਦੀ ਆ ਇੰਨੀ ਜ਼ਿਆਦਾ ਡਿਸਟਰਕਸ਼ਨ ਹੁੰਦੀ ਆ, ਇੰਨਾ ਜ਼ਿਆਦਾ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਆ, ਇੰਨਾ ਜ਼ਿਆਦਾ ਪੈਸਾ ਲੱਗ ਜਾਂਦਾ ਹੈ ਕਿ ਰਾਜਾਂ ਦੀ ਇਕੋਨਮੀ ਹਿੱਲ ਜਾਂਦੀ ਆ। ਸੋ ਜਦੋਂ ਰਾਜਾਂ ਦੀ ਇਕੋਨਮੀ ਹਿੱਲਦੀ ਆ ਤਾਂ ਨੈਚੁਰਲੀ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ ਉਹਦੇ ਉੱਪਰ। ਤਾਂ ਜਦੋਂ ਦੇਖਿਆ ਜਾਵੇ ਜਿਹੜੇ ਪੋਲੀਟੀਕਲੀ ਆ ਸਟੇਟਸ ਜਿਹੜੇ ਆ ਉਹ ਆਪਣੇ ਇੰਡੀਪੈਂਡੈਂਟ ਜਿਹੜੇ ਆ ਉਹ ਡਿਸੀਜ਼ਨ ਲੈਂਦੇ ਆ, ਔਰ ਉਹ ਜਿਹੜੇ ਉਹ ਅਲਾਇੰਸਿਸ ਦੇ ਕਾਉਂਟਰ ਅਲਾਇੰਸਿਸ ਦੇ ਵਿੱਚ ਵੱਜ ਜਾਂਦੇ ਆ, ਤਾਂ ਨੈਚੁਰਲੀ ਉਹ ਵੀ ਪ੍ਰਭਾਵ ਪਾਉਂਦੀ ਹੈਗੀ ਆ ਅੰਤਰਰਾਸ਼ਟਰੀ ਸ਼ਾਂਤੀ ਦੇ ਸਥਾਪਿਤ ਕਰਨ ਦੇ ਵਿੱਚ। ਪਾਵਰ ਪੋਲੀਟਿਕਸ ਜਿਹੜੀ ਆ ਉਹਦੇ ਅਗੇਂਸਟ ਹੈ, ਟੋਟਲੀ ਅਗੇਂਸਟ ਹੈ ਆਈਡੀਅਲਿਜ਼ਮ। ਉਹਨਾਂ ਦੇ ਅਕੋਰਡਿੰਗ ਜਿਹੜਾ ਆ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨ ਦੇ ਲਈ ਜਿੱਥੇ ਸੀਕ੍ਰੇਟ ਅਲਾਇੰਸਿਸ ਖਤਮ ਹੋਣੇ ਚਾਹੀਦੇ ਆ, ਜਿੱਥੇ ਵਾਰ ਖਤਮ ਹੋਣੀ ਚਾਹੀਦੀ, ਕਿਉਂਕਿ
ਨੈਚੁਰਲੀ ਜਦੋਂ ਵਾਰ ਹੋਏਗੀ ਵੱਡੇ ਪੱਧਰ ਤੇ ਹਥਿਆਰ ਬਣਨਗੇ, ਜਦੋਂ ਹਥਿਆਰ ਬਣਨਗੇ ਤਾਂ ਦੇਸ਼ ਮੁਲਕਾਂ ਦਾ ਪੈਸਾ ਲੱਗੂਗਾ। ਪਹਿਲਾਂ ਵਾਰ ਫਾਇਦੇ ਵਾਲੀ ਸੀ ਅਕੋਰਡਿੰਗ ਟੂ ਨਾਰਮਨ ਐਂਜਲ, ਕਿ ਹੁਣ ਵਾਰ ਜਿਹੜੀ ਆ ਉਹ ਬੈਨੀਫਿਟ ਉਹਨਾਂ ਨਹੀਂ ਦੇ ਰਹੀ। ਸੋ ਵਾਰ ਤਾਂ ਕਿਸੇ ਵੀ ਤਰ੍ਹਾਂ ਚੰਗੀ ਨਹੀਂ ਹੈ, ਪੋਲੀਟੀਕਲੀ ਵੀ ਬੁਰੀ ਹੈ ਵਾਰ, ਔਰ ਇਕਨੋਮਿਕਲੀ ਵੀ ਬੁਰਾ ਪ੍ਰਭਾਵ, ਨੈਸ਼ਨਲ ਕਮਰਸ ਦੇ ਉੱਪਰ ਵੀ ਬੁਰਾ ਪ੍ਰਭਾਵ ਪਾ ਰਹੀ ਹੈ। ਤੋ ਰਾਜ ਜਿਹੜੇ ਆ ਐਂਡ ਤੇ ਜਿਹੜਾ ਜ਼ਿਆਦਾ ਫੋਕਸ ਕੀਤਾ ਜਾਂਦਾ ਆ ਆਈਡੀਅਲਿਜ਼ਮ ਵੱਲੋਂ ਕਿ ਇਹ ਰਾਜ ਜਿਹੜੇ ਆ ਉਹ ਇੱਕ ਦੂਸਰੇ ਦੇ ਉੱਪਰ, ਜਦੋਂ ਡੈਮੋਕ੍ਰੇਸੀ ਆ ਜਾਊਗੀ ਇੱਕ ਫਰੈਂਡਸ਼ਿਪ ਹੋ ਜਾਂਦੀ, ਸਾਰੇ ਰਾਜ ਇੱਕ ਦੂਸਰੇ ਉੱਪਰ ਇੰਟਰਡਿਪੈਂਡੈਂਟ ਹੋ ਜਾਂਦੇ ਆ, ਕਿਉਂਕਿ ਰਾਜ ਇੱਕ ਇਕੱਲਾ ਸਰਵਾਈਵ ਤੇ ਨਹੀਂ ਕਰ ਸਕਦਾ। ਤੇ ਜੇ ਰਾਜ ਇੱਕ ਦੂਸਰੇ ਨਾਲ ਮਿੱਤਰਤਾ ਨਾਲ ਰਹਿੰਦੇ ਆ, ਅਗਰ ਵਰਲਡ ਗਵਰਨਮੈਂਟ ਬਣਾ ਦਿੱਤੀ ਜਾਵੇ ਤਾਂ ਅੰਤਰਰਾਸ਼ਟਰੀ ਸ਼ਾਂਤੀ ਕਦੇ ਵੀ ਡਿਸਟਰਬ ਨਹੀਂ ਹੋ ਸਕਦੀ। ਸੋ ਜਿਹੜੀ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨ ਦੇ ਵਿੱਚ ਜਿਹੜੀ ਆ ਵਰਲਡ ਗਵਰਨਮੈਂਟ ਬਹੁਤ ਐਸੈਂਸ਼ੀਅਲ ਰੋਲ ਪਲੇ ਕਰੂਗੀ, ਬੜਾ ਕਹਿ ਸਕਦੇ ਹੋ ਤੁਸੀਂ ਮਹੱਤਵਪੂਰਨ ਯੋਗਦਾਨ ਪਾਏਗੀ। ਸੋ ਆਈਡੀਅਲਿਜ਼ਮ ਦਾ ਮੇਨ ਫੋਕਸ ਇਹੀ ਰਹਿੰਦਾ ਆ ਕਿ ਸ਼ਾਂਤੀ ਸਥਾਪਿਤ ਕਰਨੀ ਅੰਤਰਰਾਸ਼ਟਰੀ ਪੱਧਰ 'ਤੇ, ਵਾਰ ਨੂੰ ਰੋਕਣਾ ਹੈ, ਕਿਉਂਕਿ ਵਾਰ ਹੈ ਹੀ ਬੁਰੀ ਇਨ ਦਿਸ ਔਰ ਇਨ ਦੈਟ ਵੇ। ਯੁੱਧ ਚੰਗਾ ਨਹੀਂ ਆ, ਕਿਉਂਕਿ ਮਨੁੱਖ ਦਾ ਸੁਭਾਅ ਬਹੁਤ ਚੰਗਾ ਆ, ਰੈਸ਼ਨਲ ਹੈ, ਸ਼ਾਂਤੀ ਚਾਹੁੰਦਾ ਹੈ, ਪੀਸ ਲਵਰ ਹੈ, ਕੋਆਪਰੇਟਿਵ ਹੈ। ਇਸ ਕਰਕੇ ਸ਼ਾਂਤੀ ਦਾ ਜ਼ਰੀਆ ਤੇ ਉਹਨਾਂ ਨੂੰ ਤਿੰਨ ਹੀ ਲੱਭਦੇ ਆ ਕਿ ਅੰਤਰਰਾਸ਼ਟਰੀ ਕਾਨੂੰਨ ਬਣਾ ਦਿੱਤਾ ਜਾਵੇ ਜਿਹਨੂੰ ਸਾਰੇ ਰਾਜ ਫੋਲੋ ਕਰਨ, ਔਰ ਉਸ ਕਾਨੂੰਨ ਨੂੰ ਤੋੜਨ ਵਾਲਾ ਜਿਹੜੇ ਰਾਜ ਆ ਉਹਨਾਂ ਦੇ ਬਣਦੀ ਕਾਰਵਾਈ ਤਾਂ ਹੀ ਹੋਊਗੀ ਜੇ ਵਰਲਡ ਗਵਰਨਮੈਂਟ ਬਣੀ ਹੋਊਗੀ, ਕੋਈ ਆਰਗੇਨਾਈਜੇਸ਼ਨਸ ਸਾਂਝਾ ਹੋਊਗਾ। ਤੇ ਇਹਦੇ ਨਾਲ ਜਿਹੜੀ ਆ ਟੋਟਲੀ ਪਰਮਾਨੈਂਟ ਪੀਸ ਤੇ ਫੋਕਸ ਕਰਦੀ ਆ ਆਈਡੀਅਲਿਜ਼ਮ। ਸੋ ਇਹ ਸਿਧਾਂਤ ਜਿਹੜਾ ਬਹੁਤ ਪਾਪੂਲਰ ਰਿਹਾ ਪਹਿਲੇ ਮਹਾਯੁੱਧ ਤੋਂ ਤੱਕ, ਔਰ ਉਸ ਤੋਂ ਬਾਅਦ ਕੋਸ਼ਿਸ਼ ਵੀ ਕੀਤੀ ਗਈ, ਪਹਿਲੇ ਮਹਾਯੁੱਧ ਤੋਂ ਬਾਅਦ ਵੀ ਕੋਸ਼ਿਸ਼ ਕੀਤੀ ਗਈ, ਲੀਗ ਆਫ ਨੇਸ਼ਨ ਬਣਾਇਆ ਗਿਆ, ਪਰ ਇਸ ਦੀ ਪਾਪੂਲੈਰਿਟੀ ਉਦੋਂ ਘਟ ਗਈ ਜਦੋਂ ਲੀਗ ਆਫ ਨੇਸ਼ਨ ਦਾ ਫੇਲੀਅਰ ਹੋ ਗਿਆ ਤੇ ਨਵਾਂ ਸਿਧਾਂਤ ਹੋਂਦ ਵਿੱਚ ਆਇਆ, ਦੈਟ ਇਜ਼ ਰੀਅਲਿਜ਼ਮ ਬਾਈ ਹੰਸ ਜੇ ਮੋਰਗਨਥਿਊ। ਔਰ ਰੀਅਲਿਜ਼ਮ ਦਾ ਕਾਰਨ ਇਹ ਬਣਿਆ ਕਿਉਂਕਿ ਨਵੀਆਂ ਫੋਰਸਿਸ ਜਿਹੜੀਆਂ ਉਹ ਆਈਆਂ, ਉਹਨਾਂ ਨੇ ਲੀਗ ਆਫ ਨੇਸ਼ਨ ਨੂੰ ਛੱਡਿਆ। ਸੈਂਟਰਲ ਏਸ਼ੀਆ ਦੇ ਸਟੇਟਸ ਨੇ ਵੀ ਲੀਗ ਆਫ ਨੇਸ਼ਨ ਨੂੰ ਛੱਡ ਦਿੱਤਾ, ਜਰਮਨ ਨੇ ਵੀ, ਜਾਪਾਨ ਨੇ ਵੀ, ਰੂਸ ਨੇ ਵੀ। ਤਾਂ ਜਿਹਦੇ ਕਰਕੇ ਸੈਕਿੰਡ ਵਰਲਡ ਵਾਰ ਦਾ ਜਿਹੜਾ ਉਹ ਰੀਜ਼ਨ ਬਣੇ, ਔਰ ਉਸ ਤੋਂ ਬਾਅਦ ਪਾਵਰ ਪੋਲੀਟਿਕਸ ਦੀ ਗੱਲ ਹੋਣ ਲੱਗ ਗਈ ਅੰਤਰਰਾਸ਼ਟਰੀ ਪੱਧਰ 'ਤੇ। ਸੋ ਦਿਸ ਇਜ਼ ਆਲ ਅਬਾਊਟ ਦਾ ਆਈਡੀਅਲਿਜ਼ਮ। ਜੇ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇ, ਜਿਵੇਂ ਕਿ ਮੈਨੂੰ ਤੁਹਾਡੀਆਂ ਆਈਆਂ ਫੋਨ ਕਾਲਸ 'ਤੇ ਆਈਡੀਅਲਿਜ਼ਮ ਨੂੰ ਡਿਸਕਸ ਕੀਤਾ ਗਿਆ ਆ ਅੱਜ, ਅਗਰ ਤੁਹਾਨੂੰ ਇਹ ਬਹੁਤ ਵੀਡੀਓ ਅੱਛੀ ਲੱਗੀ ਆ ਤਾਂ ਕਾਈਂਡਲੀ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਵੈਰੀ ਮਚ।